ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਰਾਏਕੋਟ ਪਹੁੰਚੇ ਤੇ ਗੁਰੂ ਸਾਹਿਬ ਜੀ ਨੇ ਉੱਥੇ ਜਾ ਕੇ ਇੱਕ ਟਾਹਲੀ ਥੱਲੇ ਆਪਣਾ ਆਸਣ ਲਾਇਆ ਤੇ ਉਸ ਵਕਤ ਨੂਰਾ ਮਾਹੀ ਮੱਝਾਂ ਚਾਰ ਰਿਹਾ ਸੀ ਤੇ ਨੂਰੇ ਮਾਈ ਨੂੰ ਮੱਝਾਂ ਚਾਰਦੇ ਵੇਖ ਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਸਾਨੂੰ ਦੁੱਧ ਪਿਆ ਦਿਓ। ਗੁਰੂ ਸਾਹਿਬ ਜੀ ਦੀ ਆਰਜ਼ਾ ਸੁਣ ਕੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਇਸ ਵਕਤ ਤਾਂ ਮੈਂ ਮੱਝਾਂ ਦਾ ਦੁੱਧ ਚੋ ਚੁੱਕਾ ਹਾਂ ਤੇ ਇਹ ਸਾਰੀਆਂ ਔਸਰ ਹਨ, ਇਹ ਦੁੱਧ ਨਹੀਂ ਦਿੰਦੀਆਂ ਹਨ। ਗੁਰੂ ਸਾਹਿਬ ਜੀ ਨੇ ਕਿਹਾ ਭਾਈ ਕਿਸੇ ਥੱਲੇ ਵੀ ਬੈਠ ਜਾ ਥਾਪੀ ਦੇ ਕੇ। ਤਾਂ ਫਿਰ ਉਹਨਾਂ ਨੇ ਅੱਗੇ ਕਿਹਾ ਕਿ ਗੁਰੂ ਸਾਹਿਬ ਮੇਰੇ ਕੋਲ ਕੋਈ ਭਾਂਡਾ ਨਹੀਂ ਹੈ ਕਿ ਜਿਸ ਵਿੱਚ ਮੈਂ ਦੁੱਧ ਕੱਢ ਸਕਾਂ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ 288 ਛੇਕਾਂ ਵਾਲਾ ਗਾਗਰ ਦਿੱਤਾ। ਕਹਿਣ ਤੋਂ ਭਾਵ ਉਹਦੇ ਵਿੱਚ 288 ਕੀ ਸੀ, ਛੇਕ ਸੀ। ਇਹਦੀ ਮਹੱਤਤਾ ਕੀ ਹੈ? ਇਸ ਗਾਗਰ ਦੀ ਮਹੱਤਤਾ ਇਹ ਹੈ ਜੇਕਰ ਇਸ ਦੇ ਵਿੱਚ ਤੁਸੀਂ ਰੇਤ ਪਾਓ ਤਾਂ ਉਹ ਤਾਂ ਇਹਦੇ ਵਿੱਚੋਂ ਨਿਕਲ ਜਾਂਦਾ ਹੈ। ਜੇਕਰ ਇਹਦੇ ਵਿੱਚ ਕੋਈ ਲਿਕੁਇਡ ਚੀਜ਼ ਜਿਵੇਂ ਕਿ ਪਾਣੀ ਜਾਂ ਦੁੱਧ ਪਾਓ ਤਾਂ ਉਹ ਜਦੋਂ ਪਾਓਗੇ ਥੋੜ੍ਹਾ ਬਹੁਤਾ ਨਿਕਲਦਾ ਹੈ, ਉਸ ਤੋਂ ਬਾਅਦ ਇਹ ਨਿਕਲਦਾ ਨਹੀਂ ਹੈ। ਅਤੇ ਇਹ ਅੱਜ ਦੇ ਸਮੇਂ ਦੇ ਵਿੱਚ ਇੰਗਲੈਂਡ ਦੇ ਵਿੱਚ ਲੋਕਰ ਵਿੱਚ ਰੱਖਿਆ ਹੋਇਆ ਹੈ। ਅਤੇ ਇਸ ਤੋਂ ਬਾਅਦ ਫਿਰ ਨੂਰੇ ਮਾਹੀ ਜੀ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਥਾਪੀ ਦੇ ਕੇ ਇੱਕ ਔਸਰ ਝੋਟੀ ਨੂੰ ਕਰੌਂਦੇ ਦੇ ਦਰਖਤ ਨਾਲ ਬੰਨ੍ਹ ਕੇ ਦੁੱਧ ਚੋ ਲਿਆ ਅਤੇ ਇਸ ਤੋਂ ਬਾਅਦ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਪਿਆਇਆ। ਇਹ ਸਾਰਾ ਕੁਝ ਦੇਖਣ ਤੋਂ ਬਾਅਦ ਉਹ ਵਾਪਸ ਚਲਿਆ ਗਿਆ ਅਤੇ ਉਹਨਾਂ ਨੇ ਉੱਥੋਂ ਦੇ ਜਾ ਕੇ ਸ਼ਾਸਕ ਨੂੰ ਦੱਸਿਆ ਜਿਸ ਦਾ ਨਾਮ ਸੀ ਰਾਏ ਕੱਲੇ। ਨੂਰਾ ਮਾਹੀ ਉਸ ਦੇ ਲਈ ਕੰਮ ਕਰਦਾ ਸੀ ਮੱਝਾਂ ਚਾਰਨ ਦਾ ਅਤੇ ਰਾਏ ਕੱਲੇ ਗੁਰੂ ਸਾਹਿਬ ਜੀ ਬਾਰੇ ਥੋੜ੍ਹਾ ਬਹੁਤਾ ਪਹਿਲਾਂ ਤੋਂ ਹੀ ਜਾਣੂ ਸੀ ਅਤੇ ਉਹ ਉਸੇ ਵਕਤ ਹੀ ਗੁਰੂ ਸਾਹਿਬ ਜੀ ਕੋਲ ਆਇਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਨਮਸਕਾਰ ਕੀਤੀ ਅਤੇ ਗੁਰੂ ਸਾਹਿਬ ਜੀ ਨੂੰ ਆਪਣੇ ਘਰੇ ਲੈ ਕੇ ਜਾਣ ਦੇ ਲਈ ਕਿਹਾ। ਗੁਰੂ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ ਕਿ ਨਹੀਂ ਭਾਈ ਅਸੀਂ ਇੱਥੇ ਹੀ ਠੀਕ ਹਾਂ। ਅਤੇ ਇਸ ਤੋਂ ਬਾਅਦ ਰਾਏ ਕੱਲੇ ਜੀ ਨੇ ਕਿਹਾ ਕਿ ਗੁਰੂ ਸਾਹਿਬ ਕੋਈ ਸੇਵਾ ਹੋਵੇ ਤਾਂ ਸਾਨੂੰ ਦੱਸੋ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਜੇ ਤੁਸੀਂ ਸਾਡੇ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਇੱਕ ਘੋੜ ਸਵਾਰ ਦਾ ਹੀਲਾ ਕਰ ਦਿਓ। ਤਾਂ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਕੀ ਕਰਨਾ ਹੈ? ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਅਸੀਂ ਸਰਹੰਦ ਸਾਡੇ 2 ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਬਾਰੇ ਪਤਾ ਕਰਨਾ ਹੈ। ਤਾਂ ਇਹ ਸੁਣ ਕੇ ਰਾਏ ਕੱਲੇ ਜੀ ਨੇ ਕਿਹਾ ਕਿ ਗੁਰੂ ਸਾਹਿਬ ਅਸੀਂ ਨੂਰੇ ਮਾਹੀ ਜੀ ਨੂੰ ਭੇਜ ਦਿੰਦੇ ਹਾਂ, ਕਿਉਂ ਕਰਕੇ ਇਹਨਾਂ ਦੀ ਭੈਣ ਉੱਥੇ ਵਿਆਹੀ ਹੋਈ ਹੈ ਅਤੇ ਇਹ ਉੱਥੋਂ ਖਬਰ ਲੈ ਕੇ ਆ ਜਾਵੇਗਾ ਕੱਲ੍ਹ ਤੱਕ। ਅਤੇ ਨੂਰਾ ਮਾਹੀ ਚਲਿਆ ਗਿਆ ਅਤੇ ਅਗਲੇ ਦਿਨ ਖਬਰ ਲੈ ਕੇ ਆਇਆ ਅਤੇ ਆ ਕੇ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਸਾਰਾ ਕੁਝ ਸੁਣਦੇ ਗੁਰੂ ਸਾਹਿਬ ਜੀ ਨੇ ਆਪਣੇ ਤੀਰ ਨਾਲ ਸਾਹਮਣੇ ਪਏ ਕਾਹੀਂ ਦੇ ਬੂਟੇ ਦੀ ਜੜ੍ਹ ਪੁੱਟ ਦਿੱਤੀ ਅਤੇ ਕਿਹਾ ਕਿ ਇਹ ਮੁਗਲਾਂ ਦੇ ਰਾਜ ਦੀ ਜੜ੍ਹ ਪੁੱਟੀ ਗਈ। ਰਾਏ ਕੱਲਾ ਕੋਲੇ ਹੀ ਖੜ੍ਹਾ ਸੀ। ਇਹ ਸੁਣ ਕੇ ਉਹ ਥੋੜ੍ਹਾ ਜਿਹਾ ਸਹਿਮ ਗਿਆ, ਕਿਉਂ ਕਰਕੇ ਉਹ ਵੀ ਇੱਕ ਮੁਸਲਮਾਨ ਸੀ। ਤਾਂ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਤੁਹਾਡਾ ਰਾਜ ਕਾਇਮ ਰਹੇਗਾ, ਕਿਉਂ ਕਰਕੇ ਗੁਰੂ ਸਾਹਿਬ ਜੀ ਉਹਨਾਂ ਦੀ ਸੇਵਾ ਤੋਂ ਬਹੁਤ ਪ੍ਰਸੰਨ ਸਨ। ਉਹ ਇਸ ਲਈ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ 3 ਚੀਜ਼ਾਂ ਦਿੱਤੀਆਂ। ਇੱਕ ਤਾਂ ਇਹ ਗਾਗਰ ਜਿਸ ਦੇ ਵਿੱਚ ਦੁੱਧ ਕੱਢਿਆ ਗਿਆ ਸੀ, ਇੱਕ ਤਲਵਾਰ, ਇੱਕ ਰੇਲ ਹੁੰਦੀ ਹੈ ਜੋ ਲੱਕੜ ਦੀ ਬਣੀ ਹੁੰਦੀ ਹੈ ਜਿਸ ਦੇ ਉੱਪਰ ਆਪਾਂ ਗੁਟਕਾ ਸਾਹਿਬ ਜਾਂ ਕੁਝ ਵੀ ਰੱਖ ਕੇ ਪੜ੍ਹ ਸਕਦੇ ਹਾਂ। ਇਹ ਤਿੰਨੋਂ ਚੀਜ਼ਾਂ ਗੁਰੂ ਸਾਹਿਬ ਜੀ ਨੇ ਦੇ ਕੇ ਨਾਲ ਹੀ ਕਿਹਾ ਕਿ ਭਾਈ ਤੁਸੀਂ ਇਹਨਾਂ 3 ਚੀਜ਼ਾਂ ਦਾ ਸਤਿਕਾਰ ਸੇਵਾ ਕਰਦੇ ਰਹਿਣਾ ਹੈ ਅਤੇ ਨਾਲ ਹੀ ਕਿਹਾ ਕਿ ਭਾਈ ਜੋ ਕਿਰਪਾਨ ਹੈ ਉਸ ਨੂੰ ਕਦੇ ਵੀ ਪਹਿਨਣਾ ਨਹੀਂ ਹੈ, ਕਿ ਆਪਣੇ ਨਾਲ ਨਹੀਂ ਲੈ ਕੇ ਜਾਣੀ, ਉਸ ਦੀ ਸੇਵਾ ਹੀ ਕਰਨੀ ਹੈ ਅਤੇ ਸੰਭਾਲ ਕਰਨੀ ਹੈ। ਅਤੇ 2 ਪੀੜ੍ਹੀਆਂ ਤੱਕ ਇਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਤੀਜੀ ਪੀੜ੍ਹੀ ਦੇ ਵੰਸ਼ ਨੇ ਕੀ ਕੀਤਾ ਕਿ ਕਿਰਪਾਨ ਨੂੰ ਆਪਣੇ ਨਾਲ ਰੱਖਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹਦਾ ਰਾਜ ਜਿਹੜਾ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਗਿਆ ਅਤੇ ਉਹ ਆਪ ਵੀ ਮਰ ਗਿਆ। ਉਸ ਤੋਂ ਬਾਅਦ ਉਹਦਾ ਰਾਜ ਵੀ ਉਹਦੇ ਨਾਲ ਹੀ ਚਲਿਆ ਗਿਆ। ਅੱਜ ਦੇ ਸਮੇਂ ਦੇ ਵਿੱਚ ਸਿਰਫ ਆਪਣੇ ਕੋਲ ਗਾਗਰ ਹੀ ਰਹਿ ਗਈ ਹੈ। ਰੇਲ ਸੀ ਜਿਹੜੀ ਲੱਕੜ ਦੀ ਬਣੀ ਹੋਣ ਕਾਰਨ ਜ਼ਿਆਦਾ ਸਮਾਂ ਨਾ ਰਹਿ ਪਈ, ਸਮੇਂ ਦੇ ਕਰਕੇ ਉਹ ਖਰਾਬ ਹੋ ਗਈ ਅਤੇ ਗਾਗਰ ਹੀ ਅੱਜ ਜੋ ਆਪਣੇ ਕੋਲ ਹੈ ਜਿਸ ਦੇ ਲੋਕਾਂ ਨੂੰ ਦਰਸ਼ਨ ਇਹਨਾਂ ਦੀ ਹੀ ਪੀੜ੍ਹੀ ਦੇ ਵਿੱਚੋਂ ਅੱਜ ਵੰਸ਼ ਕਰਾਉਂਦੀ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ। ਜੋ ਟਾਹਲੀ ਸੀ ਜਿੱਥੇ ਗੁਰੂ ਸਾਹਿਬ ਆ ਕੇ ਸਭ ਤੋਂ ਪਹਿਲੀ ਵਾਰ ਬਿਰਾਜਮਾਨ ਹੋਏ ਸੀ, ਉਹ ਮੁਸਲਮਾਨ ਦੁਆਰਾ ਹੀ ਕੱਟ ਦਿੱਤੀ ਗਈ ਸੀ ਅਤੇ ਉਸ ਦੀ ਕੋਈ ਵੀ ਨਿਸ਼ਾਨੀ ਨਹੀਂ ਰਹੀ। ਪਰ ਜਿਹੜਾ ਕਰੌਂਦੇ ਦਾ ਦਰਖਤ ਹੈ ਉਹ ਨਿਸ਼ਾਨੀ ਵਜੋਂ ਰੱਖਿਆ ਹੋਇਆ ਹੈ, ਪਰ ਉਸ ਨੂੰ ਵੀ ਉੱਪਰੋਂ ਕੱਟ ਦਿੱਤਾ ਗਿਆ ਹੈ ਅਤੇ ਕੇਸਰੀ ਸਰੋਪਾ ਪਾ ਕੇ ਹੀ ਉੱਤੇ ਨਿਸ਼ਾਨੀ ਵਜੋਂ ਮੌਜੂਦ ਹੈ। ਸੋ ਇਹ ਦੋਨਾਂ ਚੀਜ਼ਾਂ ਦੇ ਗੁਰੂ ਸਾਹਿਬ ਜੀ ਜਿੱਥੇ ਬੈਠੇ ਸਨ ਅਤੇ ਇਸ ਕਰੌਂਦੇ ਜੀ ਦੇ ਦਰਖਤ ਦੇ ਆਪਾਂ ਦਰਸ਼ਨ ਕਰ ਸਕਦੇ ਹਾਂ। ਅਤੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਟਾਹਲੀਆਣਾ ਸਾਹਿਬ ਵੀ ਤਾਂ ਹੀ ਰੱਖਿਆ ਗਿਆ ਹੈ ਕਿਉਂ ਕਰਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਟਾਹਲੀ ਥੱਲੇ ਆ ਕੇ ਬੈਠੇ ਸਨ ਅਤੇ ਇੱਥੇ ਲੋਕਾਂ ਦੀਆਂ ਦੁੱਧ ਦੀਆਂ ਸੁੱਖਾਂ ਵਾਰਾਂ ਵੀ ਹੁੰਦੀਆਂ ਹਨ ਅਤੇ ਲੋਕ ਬੜੀ ਸ਼ਰਧਾ ਭਾਵਨਾ ਨਾਲ ਆਉਂਦੇ ਹਨ ਅਤੇ ਇਹ ਰਾਏਕੋਟ ਵਿਖੇ ਸਥਿਤ